बहुत ही प्यारे विद्यार्थियों, मैं मनजीत पुरी ਲੈਕਚਰਰ ਪੰਜਾਬੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ੍ਰੀ ਮੁਕਤਸਰ ਸਾਹਿਬ ਇੱਕ ਵਾਰ ਫੇਰ ਹਾਜ਼ਰ ਹਾਂ ਆਪਣਾ ਅੱਜ ਦਾ ਇਹ ਲੈਕਚਰ ਲੈ ਕੇ। ਤੋ ਅੱਜ ਦੇ ਸਾਡੇ ਲੈਕਚਰ ਦਾ ਜਿਹੜਾ ਵਿਸ਼ਾ ਹੈ ਵਿਦਿਆਰਥੀਓ, ਉਹ ਰਹੇਗਾ ਵਾਕ ਵਟਾਂਦਰਾ। ਸਾਡੇ ਪਾਠਕ੍ਰਮ ਦੇ ਵਿੱਚ ਸ਼ਾਮਲ ਔਰ ਵਿਆਕਰਨ ਦਾ ਬੜਾ ਹੀ ਇੱਕ ਮਹੱਤਵਪੂਰਨ ਵਿਸ਼ਾ ਹੈ ਵਾਕ ਵਟਾਂਦਰਾ। ਔਰ ਇੱਕ ਗੱਲ ਮੈਂ ਤੁਹਾਨੂੰ ਵਿਦਿਆਰਥੀਓ ਯਾਦ ਦਿਵਾਉਣੀ ਚਾਹਣਾ ਕਿ ਆਪਾਂ ਅੱਜ ਇਸ ਵਾਕ ਵਟਾਂਦਰੇ ਦੇ ਦੂਜੇ ਭਾਗ ਦਾ ਲੈਕਚਰ ਜਿਹੜਾ ਉਹ ਕਰਨ ਜਾ ਰਹੇ ਹਾਂ। ਪਹਿਲੇ ਭਾਗ ਦੇ ਵਿੱਚ ਆਪਾਂ ਕੁਝ ਗੱਲਾਂ ਵਾਕ ਵਟਾਂਦਰੇ ਬਾਰੇ ਜਿਹੜੀਆਂ ਹੈਗੀਆਂ ਉਹ ਡਿਸਕਸ ਕਰ ਲਈਆਂ ਸੀਗੀਆਂ। ਅਸੀਂ ਪਹਿਲੇ ਭਾਗ ਦੇ ਵਿੱਚ ਇਹ ਦੇਖ ਲਿਆ ਸੀ ਕਿ ਵਾਕ ਕੀ ਹੁੰਦਾ ਹੈ, ਵਾਕ ਦੀ ਵੰਡ ਕਿਵੇਂ ਕੀਤੀ ਜਾਂਦੀ ਆ, ਵਾਕ ਵੰਡ ਦੇ ਆਧਾਰ ਕਿਹੜੇ ਕਿਹੜੇ ਆ। ਤੋ ਅੱਜ ਅਸੀਂ ਇਸ ਲੈਕਚਰ ਦੇ ਵਿੱਚ ਉਸ ਵੰਡ ਦੀ ਲੜੀ ਨੂੰ ਨਾਲ ਜੋੜ ਕੇ ਵਾਕ ਵਟਾਂਦਰੇ ਨੂੰ ਕਰਾਂਗੇ। ਕੁਝ ਵਾਕ ਲਵਾਂਗੇ, ਉਹਨਾਂ ਦਾ ਵਟਾਂਦਰਾ ਕਿਵੇਂ ਕਰਨਾ ਇਹ ਸਮਝਣ ਦੀ ਕੋਸ਼ਿਸ਼ ਕਰਾਂਗੇ। ਲੇਕਿਨ ਅਸੀਂ ਸਭ ਤੋਂ ਪਹਿਲਾਂ ਪਿਛਲੇ ਲੈਕਚਰ ਦੀ ਲੜੀ ਨੂੰ ਜੋੜਨ ਵਾਸਤੇ 5 ਮਿੰਟ ਲਗਭਗ ਅਸੀਂ ਉਸ ਪਿਛਲੇ ਲੈਕਚਰ ਦੇ ਉੱਪਰ ਨਿਗਾਹ ਮਾਰਾਂਗੇ ਕਿ ਅਸੀਂ ਭਾਗ ਪਹਿਲੇ ਦੇ ਵਿੱਚ ਕੀ ਕੀ ਕੀਤਾ ਸੀ, ਤਾਂ ਕਿ ਸਾਨੂੰ ਅਗਲੀ ਗੱਲ ਸਮਝਣ ਦੇ ਵਿੱਚ ਆਸਾਨੀ ਹੋ ਜਾਵੇ। ਤੋ ਆਓ ਬੱਚਿਓ, ਆਪਾਂ ਅੱਜ ਦਾ ਜਿਹੜਾ ਇਹ ਲੈਕਚਰ ਆ ਜਿਹੜਾ ਉਹ ਸ਼ੁਰੂ ਕਰਦੇ ਹਾਂ। ਅੱਜ ਦਾ ਸਾਡਾ ਇਹ ਲੈਕਚਰ ਹੈ ਵਾਕ ਵਟਾਂਦਰਾ। ਇਹਦੇ ਵਿੱਚ ਅਸੀਂ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸ ਕੇ ਹਟਿਆ ਕਿ ਅਸੀਂ ਪਹਿਲਾਂ ਇਹ ਵਿਚਾਰ ਚਰਚਾ ਕੀਤੀ ਸੀ ਕਿ ਵਾਕ ਕੀ ਹੁੰਦਾ ਹੈ, ਵਾਕ ਦੀ ਪਰਿਭਾਸ਼ਾ ਕੀ ਹੈ, ਵਾਕ ਦੀਆਂ ਕਿਸਮਾਂ ਕੀ ਹਨ। ਤੋ ਇੱਕ ਵਾਰ ਆਪਾਂ ਮੋਟੀ ਜਿਹੀ ਨਿਗਾਹ ਇਸ ਗੱਲ 'ਤੇ ਮਾਰ ਲੈਂਦੇ ਹਾਂ। ਤੋ ਸਭ ਤੋਂ ਪਹਿਲਾਂ ਆਪਾਂ ਗੱਲ ਕੀਤੀ ਸੀ ਕਿ ਵਾਕ ਦੀ ਵੰਡ ਆ ਜਿਹੜੀ ਉਹ ਕਿਵੇਂ ਕੀਤੀ ਜਾਂਦੀ। ਮੈਂ ਇੱਥੇ ਵਾਕ ਦੀ ਪਰਿਭਾਸ਼ਾ ਵਾਰ-ਵਾਰ ਨਹੀਂ ਦੁਹਰਾਉਂਦਾ ਕਿਉਂਕਿ ਸਾਡਾ ਮਸਲਾ ਵਾਕ ਦੀਆਂ ਕਿਸਮਾਂ ਨਾਲ ਜ਼ਿਆਦਾ ਸੰਬੰਧਿਤ ਆ, ਕਿਉਂਕਿ ਅਸੀਂ ਵਾਕ ਦੀਆਂ ਕਿਸਮਾਂ ਦੇ ਆਧਾਰ 'ਤੇ ਹੀ ਵਾਕ ਵਟਾਂਦਰਾ ਜਿਹੜਾ ਉਹ ਕਰਨਾ। ਸੋ ਅਸੀਂ ਇੱਕ ਮੋਟੀ ਜਿਹੀ ਨਿਗਾਹ ਮਾਰ ਲੈਂਦੇ ਹਾਂ ਕਿ ਵਾਕ ਦੀ ਵੰਡ ਕਿਵੇਂ ਕਿਵੇਂ ਕੀਤੀ ਜਾਂਦੀ ਹੈ ਅਤੇ ਵਾਕ ਕਿੰਨੀ ਤਰ੍ਹਾਂ ਦਾ ਹੁੰਦਾ ਅਤੇ ਕਿਹੜੀ ਕਿਹੜੀ ਕਿਸਮ ਦਾ ਹੁੰਦਾ। ਤੋ ਵਾਕ ਦੀ ਵੰਡ ਕਰਨ ਲੱਗਿਆਂ ਵਿਦਿਆਰਥੀਓ, ਅਸੀਂ ਪਿਛਲੇ ਲੈਕਚਰ ਦੇ ਵਿੱਚ ਇਹ ਗੱਲ ਦੀ ਚਰਚਾ ਕੀਤੀ ਸੀ ਕਿ ਵਾਕ ਦੀ ਵੰਡ ਦੇ ਦੋ ਆਧਾਰ ਮੰਨੇ ਜਾਂਦੇ ਆ। ਪਹਿਲਾ ਆਧਾਰ ਹੈ ਬਣਤਰ ਦੇ ਆਧਾਰ 'ਤੇ ਅਤੇ ਦੂਸਰਾ ਹੈ ਕਾਰਜ ਦੇ ਆਧਾਰ 'ਤੇ। ਤੋ ਪਹਿਲੀ ਵੰਡ ਅਸੀਂ ਜਿਹੜੀ ਹੈਗੀ ਹੈ ਬਣਤਰ ਦੇ ਆਧਾਰ 'ਤੇ ਕੀਤੀ ਸੀ। ਬਣਤਰ ਦੇ ਆਧਾਰ 'ਤੇ ਸਾਡੇ ਕੋਲ ਅਸੀਂ ਵੰਡੇ ਸੀ 3 ਤਰ੍ਹਾਂ ਦੇ ਵਾਕ: ਸਧਾਰਨ ਵਾਕ, ਸੰਯੁਕਤ ਵਾਕ ਅਤੇ ਮਿਸ਼ਰਤ ਵਾਕ। ਬਣਤਰ ਦਾ ਮਤਲਬ ਆ ਕਿ ਬਣੇ ਕਿਵੇਂ ਵਾਕ, ਕਿਹੜੀਆਂ ਕਿਹੜੀਆਂ ਚੀਜ਼ਾਂ ਨੂੰ ਜੋੜ ਕੇ ਜਾਂ ਕਿਵੇਂ ਉਹਨਾਂ ਦੀ ਬਣਤਰ ਕੀ ਹੈ, ਹੈ ਨਾ, ਸਟਰਕਚਰ ਕੀ ਆ ਉਹਨਾਂ ਦੀ। ਤੋ ਅਸੀਂ ਸਧਾਰਨ ਵਾਕ ਦੇ ਵਿੱਚ ਪੜ੍ਹਿਆ ਸੀ ਕਿ ਉਹ ਵਾਕ ਜਿਹਦੇ ਵਿੱਚ ਇੱਕ ਹੀ ਉਦੇਸ਼ ਹੋਵੇ ਅਤੇ ਇੱਕ ਹੀ ਵਿਧੇਯ ਹੋਵੇ, ਉਸ ਵਾਕ ਨੂੰ ਅਸੀਂ ਸਧਾਰਨ ਵਾਕ ਕਹਿੰਦੇ ਹਾਂ। ਉਦੇਸ਼ ਅਤੇ ਵਿਧੇਯ ਬਾਰੇ ਮੈਂ ਇਹ ਦੱਸਿਆ ਸੀ ਕਿ ਉਦੇਸ਼ ਵਾਕ ਦਾ ਉਹ ਹਿੱਸਾ ਹੁੰਦਾ ਜਿਸ ਬਾਰੇ ਕੋਈ ਗੱਲ ਕੀਤੀ ਜਾਂਦੀ ਹੈ, ਅਤੇ ਵਿਧੇਯ ਵਾਕ ਦਾ ਉਹ ਹਿੱਸਾ ਹੁੰਦਾ ਜੋ ਗੱਲ ਕੀਤੀ ਜਾਂਦੀ ਹੈ। ਫਿਰ ਮੈਂ ਸਪਸ਼ਟ ਕਰਨ ਦੀ ਕੋਸ਼ਿਸ਼ ਕਰਦਾ ਕਿ ਜਿਸ ਬਾਰੇ ਗੱਲ ਕੀਤੀ ਜਾਵੇ ਉਹ ਉਦੇਸ਼ ਆ, ਉਸ ਬਾਰੇ ਜੋ ਗੱਲ ਕੀਤੀ ਜਾਵੇ ਉਹ ਵਿਧੇਯ ਹੈ। ਜਿਵੇਂ ਇੱਕ ਵਾਕ ਆਪਾਂ ਦੇਖ ਲਓ ਕਿ ਰਜਿੰਦਰ ਕਿਤਾਬ ਪੜ੍ਹ ਰਹੀ ਹੈ, ਇਸ ਵਿੱਚ ਰਜਿੰਦਰ ਬਾਰੇ ਗੱਲ ਹੋ ਰਹੀ ਹੈ, ਇਸ ਕਰਕੇ ਰਜਿੰਦਰ ਹੈ ਉਦੇਸ਼। ਉਸ ਬਾਰੇ ਕੀ ਗੱਲ ਹੋ ਰਹੀ ਹੈ, ਉਹ ਕਿਤਾਬ ਪੜ੍ਹ ਰਹੀ ਹੈ, ਇਹ ਹੋ ਗਿਆ ਵਿਧੇਯ। ਸੋ ਇਹ ਉਦੇਸ਼ ਅਤੇ ਵਿਧੇਯ ਹੁੰਦਾ ਵਾਕ ਦਾ। ਦੂਸਰੀ ਗੱਲ ਸਧਾਰਨ ਵਾਕ ਦੇ ਵਿੱਚ ਕੀ ਆ ਕਿ ਜਿਹਨੂੰ ਹੋਰ ਉਪਵਾਕਾਂ ਦੇ ਵਿੱਚ ਨਹੀਂ ਵੰਡਿਆ ਜਾ ਸਕਦਾ,
ਜਿਹਨੂੰ ਹੋਰ ਛੋਟਾ ਨਹੀਂ ਕੀਤਾ ਜਾ ਸਕਦਾ, ਉਪਵਾਕਾਂ 'ਚ ਨਹੀਂ ਵੰਡਿਆ ਜਾ ਸਕਦਾ। ਤੀਸਰੀ ਗੱਲ ਸਧਾਰਨ ਵਾਕ ਦੇ ਵਿੱਚ ਹੁੰਦੀ ਹੈ ਕਿ ਉਹਦੇ ਵਿੱਚ ਇੱਕ ਹੀ ਕਿਰਿਆ ਹੁੰਦੀ ਹੈ। ਤਾਂ ਅਸੀਂ ਇਹਨੂੰ ਕਿਵੇਂ ਲਿਖ ਸਕਦੇ ਹਾਂ ਕਿ ਉਹ ਵਾਕ ਜਿਹਦੇ ਵਿੱਚ ਇੱਕ ਹੀ ਉਦੇਸ਼ ਹੁੰਦਾ ਹੈ, ਇੱਕ ਹੀ ਵਿਧੇਯ ਹੁੰਦਾ ਹੈ, ਜਿਸ ਨੂੰ ਹੋਰ ਵੱਖਰੇ ਵਾਕਾਂ 'ਚ ਉਪਵਾਕਾਂ 'ਚ ਨਹੀਂ ਵੰਡਿਆ ਜਾ ਸਕਦਾ, ਅਤੇ ਜਿਸ ਵਿੱਚ ਇੱਕ ਹੀ ਕਿਰਿਆ ਹੁੰਦੀ ਹੈ, ਅਜਿਹੇ ਵਾਕਾਂ ਨੂੰ ਅਸੀਂ ਸਧਾਰਨ ਵਾਕ ਕਹਿੰਦੇ ਹਾਂ। ਅੱਗੇ ਅਸੀਂ 2 ਉਦਾਹਰਨਾਂ ਦਿੱਤੀਆਂ ਹੋਈਆਂ। ਰਜਿੰਦਰ ਕਿਤਾਬ ਪੜ੍ਹ ਰਹੀ ਹੈ, ਇਹਦੇ ਵਿੱਚ ਰਜਿੰਦਰ ਉਦੇਸ਼, ਕਿਤਾਬ ਪੜ੍ਹ ਰਹੀ ਹੈ ਵਿਧੇਯ। ਇੱਕ ਹੀ ਉਦੇਸ਼ ਆ, ਇੱਕ ਹੀ ਵਿਧੇਯ ਹੈ, ਇੱਕ ਹੀ ਕਿਰਿਆ ਹੈ, ਇਸ ਕਰਕੇ ਇਹ ਸਧਾਰਨ ਵਾਕ ਆ। ਉਹ ਬਹੁਤ ਸਿਆਣਾ ਆਦਮੀ ਹੈ, ਉਹ ਜਿਹੜਾ ਹੈ ਉਦੇਸ਼, ਬਹੁਤ ਸਿਆਣਾ ਆਦਮੀ ਹੈ ਵਿਧੇਯ, ਇਸ ਕਰਕੇ ਇਹ ਸਧਾਰਨ ਵਾਕ ਆ। ਦੂਸਰੀ ਕਿਸਮ ਦੇ ਵਾਕ ਅਸੀਂ ਬੱਚੇ ਪੜ੍ਹੇ ਸੀ ਸੰਯੁਕਤ ਵਾਕ। ਸੰਯੁਕਤ ਵਾਕ ਉਹ ਹੁੰਦੇ ਆ ਜਿਨ੍ਹਾਂ ਦੇ ਵਿੱਚ ਆ ਉੱਪਰਲੇ ਸਧਾਰਨ ਵਾਕਾਂ ਨੂੰ, ਇਹਨਾਂ ਵਾਕਾਂ ਨੂੰ, ਇਸ ਕਿਸਮ ਦੇ ਵਾਕਾਂ ਨੂੰ, ਇਹਨਾਂ ਨੂੰ ਨਹੀਂ, ਇਸ ਕਿਸਮ ਦੇ ਵਾਕਾਂ ਨੂੰ, ਇਸ ਕਿਸਮ ਦੇ 2 ਜਾਂ 2 ਤੋਂ ਵੱਧ ਸਧਾਰਨ ਵਾਕਾਂ ਨੂੰ ਯੋਜਕ ਦੀ ਸਹਾਇਤਾ ਨਾਲ ਜੋੜਿਆ ਜਾਂਦਾ ਹੈ। ਜਦੋਂ 2 ਜਾਂ 2 ਤੋਂ ਵੱਧ ਆ ਉੱਪਰਲੇ ਸਧਾਰਨ ਵਾਕ ਯੋਜਕ ਦੀ ਸਹਾਇਤਾ ਨਾਲ ਜੁੜ ਜਾਂਦੇ ਆ ਤਾਂ ਉਹ ਸੰਯੁਕਤ ਵਾਕ ਬਣ ਜਾਂਦੇ। ਜਿਵੇਂ ਹੁਣ ਸਾਡੇ ਕੋਲ ਆ 2 ਵਾਕ ਜੁੜ ਗਏ, ਖੁਸ਼ਬੂ ਕਵਿਤਾ ਲਿਖਦੀ ਰਹੀ, ਖੁਸ਼ਬੂ ਕਵਿਤਾ ਲਿਖਦੀ ਰਹੀ ਅਤੇ ਮੈਂ ਬੋਲਦੀ ਰਹੀ। ਆ ਜਿਹੜਾ ਵਿੱਚ ਅਤੇ ਲੱਗ ਗਿਆ, ਇਹ ਅਤੇ ਆ ਜਿਹੜਾ ਇਹ ਯੋਜਕ ਆ। 2 ਵਾਕ ਨੇ, ਖੁਸ਼ਬੂ ਕਵਿਤਾ ਲਿਖਦੀ ਰਹੀ, ਮੈਂ ਬੋਲਦੀ ਰਹੀ, ਇਹਨਾਂ ਨੂੰ ਜੋੜਿਆ ਕਦੇ ਨਾਲ? ਅਤੇ ਨਾਲ। ਅਤੇ ਕੀ ਆ? ਯੋਜਕ। ਤਾਂ ਯੋਜਕ ਦੀ ਸਹਾਇਤਾ ਨਾਲ ਜਦੋਂ 2 ਸਧਾਰਨ ਵਾਕ ਜੁੜ ਜਾਂਦੇ ਆ ਤਾਂ ਉਹ ਸੰਯੁਕਤ ਵਾਕ ਬਣ ਜਾਂਦਾ। ਦੂਸਰੀ ਗੱਲ ਇਹਦੇ 'ਚ ਕੀ ਹੁੰਦੀ ਹੈ ਕਿ ਜੁੜੇ ਹੋਏ ਵਾਕ ਸੁਤੰਤਰ ਰੂਪ ਵਿੱਚ ਵਿਚਰਨ ਦੀ ਸਮਰੱਥਾ ਰੱਖਦੇ ਆ, ਇਹ ਸੁਤੰਤਰ ਰੂਪ ਵਿੱਚ ਵੀ ਵਿਚਰ ਸਕਦੇ ਆ। ਹੁਣ ਜੇ ਅਸੀਂ ਅਤੇ ਵਿੱਚੋਂ ਹਟਾ ਦਈਏ, ਖੁਸ਼ਬੂ ਕਵਿਤਾ ਲਿਖਦੀ ਰਹੀ ਡੰਡੀ, ਮੈਂ ਬੋਲਦੀ ਰਹੀ ਫਿਰ ਡੰਡੀ, ਦੋਵੇਂ ਵਾਕ ਅਲੱਗ ਅਲੱਗ ਲਿਖੇ ਜਾ ਸਕਦੇ ਆ, ਅਲੱਗ ਅਲੱਗ ਇਹਨਾਂ ਦੇ ਅਰਥ, ਅਲੱਗ ਅਲੱਗ ਇਹਨਾਂ ਦੀ ਹੋਂਦ ਹੈਗੀ ਹੈ। ਸੋ ਇਸ ਕਰਕੇ ਇਹ ਸੰਯੁਕਤ ਵਾਕ ਆ। ਥੱਲੇ ਵੀ ਅਸੀਂ ਇੱਕ ਉਦਾਹਰਣ ਦਿੱਤੀ ਸੀ, ਵਾਹ ਪਿਆ ਜਾਣੀਏ, ਰਾਹ ਪਿਆ ਜਾਣੀਏ, ਅਤੇ ਵਿੱਚ ਜਾਂ ਜਿਹੜਾ ਹੈਗਾ ਉਹ ਯੋਜਕ ਲੱਗਿਆ ਹੋਇਆ ਹੈ ਨਾ। ਤਾਂ ਇਹ ਸੰਯੁਕਤ ਵਾਕ ਹੁੰਦੇ ਹਨ। ਸਧਾਰਨ ਵਾਕ ਜਿਹਦੇ 'ਚ ਇੱਕ ਕਿਰਿਆ, ਇੱਕ ਉਦੇਸ਼, ਇੱਕ ਵਿਧੇਯ ਅਤੇ ਜਿਹਨੂੰ ਹੋਰ ਉਪਵਾਕਾਂ 'ਚ ਨਾ ਵੰਡਿਆ ਜਾ ਸਕੇ। ਸੰਯੁਕਤ ਵਾਕ ਜਿਹਦੇ 'ਚ ਇੱਕ ਤੋਂ ਵੱਧ ਸਧਾਰਨ ਵਾਕ, ਪਰ ਸ਼ਰਤ ਇਹ ਆ ਕਿ ਉਹ ਵੱਖਰੇ ਵੱਖਰੇ ਤੌਰ 'ਤੇ ਵੀ ਲਿਖੇ ਜਾ ਸਕਦੇ ਆ, ਉਹਨਾਂ ਦੀ ਵੱਖਰੀ ਵੱਖਰੇ ਤੌਰ 'ਤੇ ਵਿਚਰਨ ਦੀ ਉਹਨਾਂ ਦੇ ਵਿੱਚ ਸਮਰੱਥਾ ਹੁੰਦੀ ਹੈ। ਤੀਸਰੀ ਗੱਲ, ਤੀਸਰਾ ਜਿਹੜਾ ਵਾਕ ਆ ਸਾਡੇ ਕੋਲ ਮਿਸ਼ਰਤ ਵਾਕ, ਕਿ ਹੁੰਦੇ ਤਾਂ ਇਹਦੇ ਵਿੱਚ ਵੀ 2 ਜਾਂ 2 ਤੋਂ ਵੱਧ ਸਧਾਰਨ ਵਾਕ ਇੱਕ ਦੂਜੇ ਨਾਲ ਜੁੜੇ ਹੋਏ ਆ, ਪਰ ਇਹ ਜੁੜੇ ਹੋਏ ਸਾਰੇ ਵਾਕ ਸੁਤੰਤਰ ਰੂਪ ਵਿੱਚ ਵਿਚਰਨ ਦੀ ਸਮਰੱਥਾ ਨਹੀਂ ਰੱਖਦੇ। ਇਹ ਸੁਤੰਤਰ ਨਹੀਂ ਲਿਖੇ ਜਾ ਸਕਦੇ ਸਾਰੇ। ਇਹਨਾਂ ਵਿੱਚੋਂ ਇੱਕ ਮੁੱਖ ਵਾਕ ਹੁੰਦਾ ਅਤੇ ਦੂਜਾ ਉਹਦੇ ਅਧੀਨ ਹੁੰਦਾ ਹੈ, ਜਿਹਨੂੰ ਅਧੀਨ ਉਪਵਾਕ ਕਹਿੰਦੇ ਹਾਂ ਅਸੀਂ। ਇਹਦਾ ਮਤਲਬ ਸਾਰੇ ਦਾ ਬੱਚੋ ਇਹ ਬਣਦਾ ਕਿ ਇੱਕ ਵਾਕ ਦੂਸਰੇ ਤੋਂ ਬਿਨਾਂ ਅਧੂਰਾ ਰਹਿ ਜਾਂਦਾ, ਇਸ ਕਰਕੇ ਇਹ ਮਿਸ਼ਰਤ ਵਾਕ ਹੁੰਦਾ, ਮਿਸ਼ਰਣ ਬਣ ਜਾਂਦਾ ਇਹ, ਹੈ ਨਾ। ਜੋੜ ਨਹੀਂ ਬਣਦਾ, ਮਿਸ਼ਰਣ ਬਣ ਜਾਂਦਾ। ਜਿਵੇਂ ਉਸਨੇ ਕਿਹਾ, ਅੱਜ ਤੋਂ ਸਾਡੇ ਸਕੂਲ ਵਿੱਚ ਵਿਗਿਆਨ ਮੇਲਾ ਸ਼ੁਰੂ ਹੋ ਰਿਹਾ ਹੈ, ਵਿੱਚ ਲੱਗਿਆ ਕੇ ਆ ਜਿਹੜਾ ਇਹ ਹੈ ਯੋਜਕ। ਉਸਨੇ ਕਿਹਾ, ਇਸ ਇਕੱਲੇ ਵਾਕ ਦਾ ਕੋਈ ਅਰਥ ਨਹੀਂ। ਅੱਜ ਤੋਂ ਸਾਡੇ ਸਕੂਲ ਵਿੱਚ ਵਿਗਿਆਨ ਮੇਲਾ ਸ਼ੁਰੂ ਹੋ ਰਿਹਾ ਹੈ, ਇਸ ਵਾਕ ਦਾ ਕੋਈ ਨਾ ਕੋਈ ਅਰਥ ਜ਼ਰੂਰ ਹੈਗਾ। ਸੋ ਇਹਨਾਂ 'ਚੋਂ ਫਿਰ ਇੱਕ ਮੁੱਖ ਉਪਵਾਕ, ਸਾਡੇ ਸਕੂਲ ਵਿੱਚ ਵਿਗਿਆਨ ਮੇਲਾ ਸ਼ੁਰੂ ਹੋ ਰਿਹਾ, ਇੱਕ ਅਧੀਨ ਉਪਵਾਕ, ਉਸਨੇ ਕਿਹਾ, ਦੋਨੋਂ ਜੁੜ ਕੇ ਮਿਸ਼ਰਤ ਵਾਕ ਬਣ ਗਿਆ, ਹੈ ਨਾ। ਇਸੇ ਤਰ੍ਹਾਂ ਹੀ ਆ ਜਿਹੜੇ ਬੱਚੇ ਸਮਝਦਾਰ ਹੁੰਦੇ ਹਨ ਉਹ ਆਪਣੇ ਮਾਪਿਆਂ ਦਾ ਕਿਹਾ ਮੰਨਦੇ ਹਨ। ਇਹ ਵਾਕ ਵੀ ਆ ਜਿਹੜਾ ਇਹ ਮਿਸ਼ਰਤ ਵਾਕ ਆ। ਦੂਜੀ ਤਰ੍ਹਾਂ ਦੀ ਵੰਡ ਅਸੀਂ ਕੀਤੀ ਸੀ ਬੱਚਿਓ ਕਾਰਜ ਦੇ ਆਧਾਰ 'ਤੇ। ਮੋਟੀ ਮੋਟੀ ਨਿਗਾਹ ਮਾਰਨੀ ਅਸੀਂ ਅੱਜ। ਕਾਰਜ ਦੇ ਆਧਾਰ 'ਤੇ ਅਸੀਂ 5 ਤਰ੍ਹਾਂ ਦੇ ਵਾਕ ਕੀਤੇ ਸੀ, ਬਿਆਨੀਆਂ ਵਾਕ, ਪ੍ਰਸ਼ਨਵਾਚਕ, ਵਿਸਮੇਵਾਚਕ, ਆਗਿਆਵਾਚਕ, ਇੱਛਾਵਾਚਕ। ਬਿਆਨੀਆਂ ਵਾਕ ਅੱਗੋਂ ਫਿਰ 2 ਤਰ੍ਹਾਂ ਦੇ, ਹਾਂ ਵਾਚਕ ਅਤੇ ਨਾ ਵਾਚਕ। ਅਸੀਂ ਸਮਝਣ ਦੀ ਕੋਸ਼ਿਸ਼ ਕੀਤੀ ਕਿ ਉਹ ਵਾਕ ਜਿਨ੍ਹਾਂ ਵਿੱਚ ਕਿਸੇ ਤੱਥ ਜਾਂ ਘਟਨਾ ਨੂੰ ਸਿਰਫ ਬਿਆਨ ਕੀਤਾ ਜਾਂਦਾ, ਉਹ ਵਾਕ ਬਿਆਨੀਆਂ ਵਾਕ ਹੁੰਦੇ ਆ। ਜਿਹੜੇ ਅੱਗੋਂ 2 ਤਰ੍ਹਾਂ ਦੇ ਆ, ਹਾਂ ਵਾਚਕ ਅਤੇ ਨਾ ਵਾਚਕ। ਹਾਂ ਵਾਚਕ ਅਤੇ ਨਾ ਵਾਚਕ। ਹਾਂ ਵਾਚਕ ਉਹ ਵਾਕ ਜਿਨ੍ਹਾਂ ਦੀ ਕਿਰਿਆ ਹਾਂ ਵਾਚਕ ਹੁੰਦੀ ਹੈ, ਅਤੇ ਨਾ ਵਾਚਕ ਉਹ ਵਾਕ ਜਿਨ੍ਹਾਂ ਦੀ ਕਿਰਿਆ ਨਾ ਵਾਚਕ ਹੁੰਦੀ ਹੈ।
ਅੰਗਰੇਜ਼ੀ ਦੇ ਵਿੱਚ ਇਹਨਾਂ ਨੂੰ ਪੋਜ਼ਿਟਿਵ ਅਤੇ ਨੈਗੇਟਿਵ ਵਾਕ ਕਿਹਾ ਜਾਂਦਾ। ਜਿਵੇਂ ਸਾਡੇ ਕੋਲ ਉਦਾਹਰਣ ਆ, ਮੇਰੇ ਦਾਦੀ ਜੀ ਪੜ੍ਹੇ ਲਿਖੇ ਹਨ। ਇਹਦੀ ਕਿਰਿਆ ਪੋਜ਼ਿਟਿਵ ਆ, ਇਸ ਕਰਕੇ ਇਹ ਹਾਂ ਵਾਚਕ ਵਾਕ ਆ। ਅਗਲੇ ਦੇ ਵਿੱਚ ਕਿਰਿਆ ਨੈਗੇਟਿਵ ਹੋ ਗਈ, ਮੇਰੇ ਦਾਦੀ ਜੀ ਅਨਪੜ੍ਹ ਨਹੀਂ ਹਨ। ਜਿਹਦੇ 'ਚ ਨਹੀਂ ਆ ਗਿਆ ਉਹ ਨੈਗੇਟਿਵ ਹੋ ਗਿਆ ਅਤੇ ਨਾ ਵਾਚਕ ਬਣ ਗਿਆ। ਪਰ ਇਹਦੇ 'ਚ ਇੱਕ ਖਾਸ ਗੱਲ ਹੋਰ ਵੀ ਆ ਬੱਚਾ, ਜਿਹੜੀ ਸਮਝਣ ਵਾਲੀ ਆ, ਅੱਗੇ ਜਾ ਕੇ ਸਾਡੇ ਕੰਮ ਆਉਣੀ ਆ ਵਾਕ ਵਟਾਂਦਰੇ 'ਚ। ਉਹ ਇਹ ਆ ਕਿ ਇਹਦੇ ਅਰਥਾਂ 'ਚ ਕੋਈ ਪਰਿਵਰਤਨ ਨਹੀਂ ਆਇਆ ਗਾ। ਅਸੀਂ ਸਿਰਫ ਅਤੇ ਸਿਰਫ ਉਹਦੀ ਕਿਰਿਆ ਨੂੰ ਹਾਂ ਵਾਚਕ ਅਤੇ ਨਾ ਵਾਚਕ 'ਚ ਤਬਦੀਲ ਕੀਤਾ। ਬਾਕੀ ਅਰਥਾਂ 'ਚ ਕੋਈ ਮਤਲਬ ਨਹੀਂ, ਦੋਨਾਂ ਵਾਕਾਂ ਦਾ ਇੱਕੋ ਹੀ ਅਰਥ ਆ। ਅੱਗੇ ਜਾ ਕੇ ਆਪਾਂ ਇਹਨਾਂ ਨੂੰ ਹੋਰ ਵਿਸਥਾਰ ਨਾਲ ਪੜ੍ਹਾਂਗੇ। ਪ੍ਰਸ਼ਨਵਾਚਕ ਵਾਕ ਬੱਚੇ ਉਹ ਹੁੰਦੇ ਆ ਜਿਨ੍ਹਾਂ ਵਾਕਾਂ ਦੇ ਵਿੱਚ ਜਾਂ ਜਿਨ੍ਹਾਂ ਵਾਕਾਂ ਦੇ ਸਹਾਰੇ ਕੋਈ ਨਾ ਕੋਈ ਪ੍ਰਸ਼ਨ ਪੁੱਛਿਆ ਜਾਂਦਾ ਅਤੇ ਇਹਨਾਂ ਵਾਕਾਂ ਦੇ ਵਿੱਚ ਅੰਤ ਵਿੱਚ ਪ੍ਰਸ਼ਨਵਾਚਕ ਚਿੰਨ੍ਹ ਲੱਗਿਆ ਹੁੰਦਾ। ਉਹ ਕਿੱਥੇ ਜਾ ਰਹੇ ਹਨ ਮਗਰ ਕੁਐਸਚਨ ਮਾਰਕ ਲੱਗਿਆ ਹੋਇਆ, ਇਹ ਪ੍ਰਸ਼ਨਵਾਚਕ ਬਣ ਗਏ। ਭਾਰਤ ਕਦੋਂ ਆਜ਼ਾਦ ਹੋਇਆ, ਪਿੱਛੇ ਕੁਐਸਚਨ ਮਾਰਕ, ਇਹ ਪ੍ਰਸ਼ਨਵਾਚਕ ਵਾਕ ਬਣ ਗਏ। ਪ੍ਰਸ਼ਨ ਚਿੰਨ੍ਹ ਲੱਗਿਆ ਹੋਇਆ ਇਹਨਾਂ ਦੇ ਮਗਰ, ਜਿਨ੍ਹਾਂ ਵਾਕਾਂ ਤੋਂ ਕੋਈ ਨਾ ਕੋਈ ਪ੍ਰਸ਼ਨ ਪੁੱਛਿਆ ਜਾਂਦਾ। ਵਿਸਮੈਵਾਚਕ ਵਾਕ, ਵਿਸਮੈਵਾਚਕ ਵਾਕ ਉਹ ਹੁੰਦੇ ਆ ਜਿਹੜੇ ਵਾਕ ਮਨ ਦੀ ਖੁਸ਼ੀ, ਗਮੀ ਜਾਂ ਹੈਰਾਨੀ ਪ੍ਰਗਟ ਕਰਨ ਲਈ ਵਰਤੇ ਜਾਂਦੇ ਆ। ਇਹਨਾਂ ਵਾਕਾਂ ਦੇ ਅੰਤ ਵਿੱਚ ਵਿਸਮਿਕ ਚਿੰਨ੍ਹ ਲੱਗਿਆ ਹੁੰਦਾ। ਵਿਸਮਿਕ ਚਿੰਨ੍ਹ ਬੱਚੋ ਇੱਦਾਂ ਦਾ ਹੈ ਨਾ, ਪੰਜਾਬੀ ਦੇ ਵਿੱਚ ਇਹਨੂੰ ਵਿਸਮਿਕ ਚਿੰਨ੍ਹ ਕਹਿੰਦੇ ਆ। ਜਿਵੇਂ ਵਾਹ ਕਿੰਨਾ ਸੁੰਦਰ ਫੁੱਲ ਹੈ, ਮਗਰ ਇਹਦੇ ਆਹ ਵਿਸਮਿਕ ਚਿੰਨ੍ਹ। ਇਹਦੇ ਵਿੱਚ ਕੀ ਚੀਜ਼ ਪ੍ਰਗਟ ਹੋਈ ਆ? ਹੈਰਾਨੀ, ਹੈਰਾਨੀ ਪ੍ਰਗਟ ਹੋ ਰਹੀ ਆ। ਔਰ ਇਹਦੇ ਬੋਲਣ ਦਾ ਲਹਿਜਾ ਵੀ ਹੈਰਾਨੀ ਵਾਲਾ ਹੋਊਗਾ ਕਿ ਵਾਹ ਕਿੰਨਾ ਸੁੰਦਰ ਫੁੱਲ ਹੈ। ਔਰ ਇਸੇ ਤਰ੍ਹਾਂ ਦੂਸਰਾ ਵਾਕ ਹੈ ਕਾਸ਼ ਮੈਂ ਡਾਕਟਰ ਹੁੰਦਾ। ਇਹਦੇ ਵਿੱਚ ਕੀ ਪ੍ਰਗਟ ਹੋ ਰਿਹਾ? ਇਹਦੇ ਵਿੱਚ ਗਮੀ ਪ੍ਰਗਟ ਹੋ ਰਹੀ ਹੈ, ਦੁੱਖ ਪ੍ਰਗਟ ਹੋ ਰਿਹਾ। ਤਾਂ ਇਸ ਵਾਕ ਨੂੰ ਬੋਲਣ ਦਾ ਲਹਿਜਾ ਵੀ ਉਸੇ ਤਰ੍ਹਾਂ ਦਾ ਹੋਵੇਗਾ ਕਿ ਕਾਸ਼ ਮੈਂ ਡਾਕਟਰ ਹੁੰਦਾ। ਤਾਂ ਇਹਦੇ ਵਿੱਚ ਗਮੀ ਅਤੇ ਜਿਹੜਾ ਦੁੱਖ ਆ ਉਹ ਝਲਕਦਾ ਹੈ ਨਾ। ਤਾਂ ਇਹ ਵਾਕ ਵਿਸਮੈਵਾਚਕ ਵਾਕ ਹੁੰਦੇ ਆ। ਆਗਿਆਵਾਚਕ ਵਾਕ, ਆਗਿਆਵਾਚਕ ਉਹ ਵਾਕ ਹੁੰਦੇ ਆ ਜਿਨ੍ਹਾਂ ਵਾਕਾਂ ਵਿੱਚ ਕੋਈ ਨਾ ਕੋਈ ਆਗਿਆ ਜਾਂ ਹੁਕਮ ਦਿੱਤਾ ਜਾਂਦਾ। ਅਜਿਹੇ ਵਾਕਾਂ ਵਿੱਚ ਆਮ ਤੌਰ 'ਤੇ ਕਰਤਾ ਦੀ ਅਣਹੋਂਦ ਹੁੰਦੀ, ਕਰਤਾ ਨਹੀਂ ਹੁੰਦਾ ਇਹਨਾਂ ਦੇ ਵਿੱਚ। ਜਿਵੇਂ ਅਸੀਂ ਗੱਲਾਂ ਕਰਦੇ ਹਾਂ ਵੀ ਉਰੇ ਆਓ, ਬਹਿ ਜਾਓ, ਪਰੇ ਜਾਓ, ਖੜ੍ਹੇ ਹੋ ਜਾਓ, ਚਾਹ ਲਿਆਓ, ਰੋਟੀ ਲਿਆਓ, ਪਾਣੀ ਲਿਆਓ, ਬਾਹਰ ਜਾਓ, ਹੈ ਨਾ, ਦਰਵਾਜ਼ਾ ਬੰਦ ਕਰੋ। ਇਹ ਸਾਰੇ ਵਾਕ ਆ ਜਿਹੜੇ ਆਗਿਆਵਾਚਕ ਵਾਕ ਆ। ਜਿਵੇਂ ਇਹਦੇ 'ਚ ਉਦਾਹਰਣਾਂ ਅਸੀਂ ਦਿੱਤੀਆਂ, ਆਓ ਸਕੂਲ ਦਾ ਕੰਮ ਕਰੀਏ, ਚਾਹ ਲਿਆਓ, ਇਹ ਆਗਿਆਵਾਚਕ ਵਾਕ ਹੋ ਗਏ। ਇਸੇ ਤਰ੍ਹਾਂ ਹੀ ਸਾਡੇ ਕੋਲ ਆਖਰੀ ਵਾਕ ਆ ਜਿਹੜੇ ਉਹ ਕਾਰਜ ਦੇ ਆਧਾਰ 'ਤੇ ਇੱਛਾਵਾਚਕ ਵਾਕ। ਜਿਸ ਵਾਕ ਵਿੱਚ ਕਿਸੇ ਲਈ ਕੋਈ ਸ਼ੁਭ ਇੱਛਾ ਜਾਂ ਅਸੀਸ ਪ੍ਰਗਟ ਕੀਤੀ ਜਾਵੇ ਉਹ ਇੱਛਾਵਾਚਕ ਵਾਕ ਹੁੰਦੇ ਆ। ਜਿਵੇਂ ਤੂੰ ਸਦਾ ਸੁਖੀ ਰਹੇ, ਤੈਨੂੰ ਤੱਤੀ ਵਾਹ ਨਾ ਲੱਗੇ। ਆਉਣ ਵਾਲੇ ਚੰਗੇ ਭਵਿੱਖ ਦੀ ਕਾਮਨਾ ਇਹਨਾਂ ਵਾਕਾਂ ਦੇ ਵਿੱਚ ਕੀਤੀ ਗਈ ਹੈ। ਸੋ ਇਹ ਸਾਡੇ ਇੱਛਾਵਾਚਕ ਵਾਕ ਹੋ ਗਏ। ਇਹ ਸਾਰੀ ਗੱਲ ਮੋਟੀ ਮੋਟੀ ਜਿੰਨੀ ਹੁਣ ਤੱਕ ਆਪਾਂ ਵਿਦਿਆਰਥੀਓ ਕਰ ਲਈ ਹੈ, ਇਹ ਆਪਾਂ ਭਾਗ ਪਹਿਲੇ ਲੈਕਚਰ ਦੇ ਵਿੱਚ ਬੜੇ ਵਿਸਥਾਰ ਨਾਲ ਇਕੱਲੇ ਕਿਸਮ ਬਾਰੇ ਤੁਹਾਨੂੰ ਸਮਝਾਇਆ ਗਿਆ ਸੀ। ਤੋ ਅਗਲਾ ਸਾਡਾ ਜਿਹੜਾ ਮਸਲਾ ਹੈ, ਜਿਸ ਮਸਲੇ 'ਤੇ ਅਸੀਂ ਹੁਣ ਪਹੁੰਚਣਾ ਹੈ, ਉਹ ਹੈ ਵਾਕ ਵਟਾਂਦਰਾ। ਵਾਕ ਵਟਾਂਦਰਾ ਸਾਡਾ ਹੁਣ ਦਾ ਮੁੱਖ ਮਸਲਾ ਹੈ ਅੱਜ ਦੇ ਇਸ ਲੈਕਚਰ ਦਾ, ਜਿਹੜਾ ਸਾਡੇ ਸਿਲੇਬਸ ਦੇ ਵਿੱਚ ਸ਼ਾਮਲ ਆ। ਸਾਨੂੰ ਪ੍ਰਸ਼ਨ ਪੱਤਰ ਦੇ ਵਿੱਚ ਵਾਕ ਦਿੱਤੇ ਹੋਣਗੇ ਔਰ ਅੱਗੇ ਬ੍ਰੈਕਟ ਦੇ ਵਿੱਚ ਉਸ ਵਾਕ ਨੂੰ ਕਿਸ ਫਾਰਮ ਦੇ ਵਿੱਚ ਤਬਦੀਲ ਕਰਨਾ, ਕਿਹੜੇ ਵਾਕ ਦੇ ਰੂਪ 'ਚ ਬਦਲਣਾ, ਉਹ ਬ੍ਰੈਕਟ ਦੇ ਵਿੱਚ ਲਿਖਿਆ ਹੋਊਗਾ ਅਤੇ ਅਸੀਂ ਉਹ ਵਟਾਂਦਰਾ ਕਰਨਾ ਹੋਊਗਾ। ਤਾਂ ਸਭ ਤੋਂ ਪਹਿਲਾਂ ਅਸੀਂ ਇਹ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਵਾਕ ਵਟਾਂਦਰਾ ਅਸਲ ਵਿੱਚ ਹੁੰਦਾ ਕੀ ਹੈ। ਪਹਿਲੀ ਗੱਲ ਬੱਚਿਓ ਵਾਕ ਵਟਾਂਦਰੇ ਦੀ, ਕਿ ਵਾਕ ਵਟਾਂਦਰੇ ਦਾ ਸਧਾਰਨ ਜਿਹਾ ਅਰਥ ਹੈ ਇੱਕ ਪ੍ਰਕਾਰ ਦੇ ਵਾਕ ਨੂੰ ਦੂਸਰੇ ਪ੍ਰਕਾਰ ਦੇ ਵਾਕ ਵਿੱਚ ਤਬਦੀਲ ਕਰਨਾ। ਕੀ ਅਰਥ ਹੈ? ਕਿ ਇੱਕ ਪ੍ਰਕਾਰ ਦੇ ਵਾਕ ਨੂੰ ਦੂਸਰੇ ਪ੍ਰਕਾਰ ਦੇ ਵਾਕ ਵਿੱਚ ਤਬਦੀਲ ਕਰਨਾ, ਇਹ ਵਾਕ ਵਟਾਂਦਰਾ ਦਾ ਇੱਕੋ ਸਧਾਰਨ ਜਿਹਾ ਅਰਥ ਹੈ। ਦੂਸਰੀ ਗੱਲ, ਪਰ ਅਜਿਹਾ ਕਰਦਿਆਂ ਮਹੱਤਵਪੂਰਨ ਨੁਕਤਾ ਇਹਦੇ 'ਚ ਹੈ ਕੀ ਆ ਕਿ ਅਰਥਾਂ ਵਿੱਚ ਪਰਿਵਰਤਨ ਨਹੀਂ ਆਉਣਾ ਚਾਹੀਦਾ।
ਵਾਕ ਦੇ ਅਰਥਾਂ 'ਚ ਪਰਿਵਰਤਨ ਨਹੀਂ ਹੋਣਾ ਚਾਹੀਦਾ। ਦੇਖੋ ਅਸੀਂ ਅਰਥਾਂ 'ਚ ਕਈ ਵਾਰੀ ਨਾ ਪਰਿਵਰਤਨ ਕਰ ਦਿੰਦੇ ਹਾਂ। ਬੱਚੇ ਅਸੀਂ ਹਰ ਰੋਜ਼ ਦੇਖਦੇ ਹਾਂ, ਵਿਦਿਆਰਥੀਆਂ ਦੇ ਪੇਪਰ ਵੀ ਚੈੱਕ ਕਰਦੇ ਰਹਿੰਦੇ ਹਾਂ। ਅਕਸਰ ਸਾਡੇ ਵਿਦਿਆਰਥੀ ਇੱਦਾਂ ਦੀਆਂ ਗਲਤੀਆਂ ਕਰ ਜਾਂਦੇ ਆ। ਹਾਂ ਵਾਚਕ ਜਾਂ ਨਾ ਵਾਚਕ ਨੂੰ ਇੱਕ ਦੂਜੇ 'ਚ ਤਬਦੀਲ ਕਰਦਿਆਂ ਅਕਸਰ ਗਲਤੀਆਂ ਕਰ ਜਾਂਦੇ ਹੋ। ਅੱਗੇ ਜਾ ਕੇ ਤੁਹਾਨੂੰ ਮੈਂ ਸਮਝਾਊਂਗਾ ਵੀ ਕਿਵੇਂ ਕਰ ਜਾਂਦੇ ਹੈ ਨਾ। ਜਿਵੇਂ ਅੱਗੇ ਚੱਲ ਕੇ ਆਪਾਂ ਇਸ ਗੱਲ ਨੂੰ ਵਿਸਥਾਰ ਸਹਿਤ ਗੱਲ ਕਰਾਂਗੇ ਕਿ ਕਿਵੇਂ ਗਲਤੀ ਕਰ ਜਾਂਦੇ ਹਾਂ ਅਸੀਂ। ਅਗਲਾ ਜਿਹੜਾ ਅਹਿਮ ਨੁਕਤਾ ਉਹ ਹੈ ਕਿ ਵਿਦਿਆਰਥੀ ਅਕਸਰ ਵਾਕ ਵਟਾਂਦਰਾ ਕਰਦਿਆਂ ਅਰਥ ਪਰਿਵਰਤਨ ਕਰ ਦਿੰਦੇ ਆ ਹੈ ਨਾ। ਜਿਵੇਂ ਮੈਂ ਤੁਹਾਨੂੰ ਪਹਿਲਾਂ ਇੱਕ ਵਾਕ ਬਾਰੇ ਚਰਚਾ ਕੀਤੀ ਸੀ ਆਪਾਂ, ਹਾਂ ਵਾਚਕ ਅਤੇ ਨਾ ਵਾਚਕ 'ਚ ਜ਼ਿਆਦਾ ਇਹ ਮਸਲਾ ਰਹਿੰਦਾ ਕਿ ਮੇਰੇ ਦਾਦੀ ਜੀ ਪੜ੍ਹੇ ਲਿਖੇ ਹਨ। ਇਹ ਹਾਂ ਵਾਚਕ ਵਾਕ ਹੈ ਅਤੇ ਸਾਨੂੰ ਆ ਜਾਂਦਾ ਪੇਪਰ ਦੇ ਵਿੱਚ ਕਿ ਇਹਨੂੰ ਨਾ ਵਾਚਕ ਵਿੱਚ ਬਦਲੋ। ਅਤੇ ਬਹੁਤੇ ਵਿਦਿਆਰਥੀ ਕੀ ਕਰਦੇ ਆ, ਵਾਕ ਹੈਗਾ ਮੇਰੇ ਦਾਦੀ ਜੀ ਪੜ੍ਹੇ ਲਿਖੇ ਹਨ ਅਤੇ ਨਾ ਵਾਚਕ ਬਣਾਉਣ ਲੱਗਿਆਂ ਬਣਾ ਦਿੰਦੇ ਆ ਮੇਰੇ ਦਾਦੀ ਜੀ ਪੜ੍ਹੇ ਲਿਖੇ ਨਹੀਂ ਹਨ। ਮਤਲਬ ਕਿ ਵਿਰੋਧੀ ਵਾਕ ਬਣ ਜਾਂਦਾ। ਅਸੀਂ ਵਿਰੋਧੀ ਨਹੀਂ ਬਣਾਉਣਾ ਬੱਚਿਓ, ਅਸੀਂ ਸਿਰਫ ਉਹਦੀ ਕਿਰਿਆ ਨਾ ਵਾਚਕ ਕਰਨੀ ਆ, ਉਹਦੇ ਅਰਥ ਨਹੀਂ ਬਦਲਣੇ। ਤਾਂ ਉਹਦੇ ਅਰਥ ਬਦਲੇ ਬਿਨਾਂ ਉਹਨੂੰ ਨਾ ਵਾਚਕ ਕਿਵੇਂ ਬਣਾਇਆ ਜਾਊ ਕਿ ਮੇਰੇ ਦਾਦੀ ਜੀ ਅਨਪੜ੍ਹ ਨਹੀਂ ਹਨ। ਮੇਰੇ ਦਾਦੀ ਜੀ ਪੜ੍ਹੇ ਲਿਖੇ ਹਨ, ਮੇਰੇ ਦਾਦੀ ਜੀ ਅਨਪੜ੍ਹ ਨਹੀਂ ਹਨ। ਦੋਨਾਂ ਵਾਕਾਂ ਦਾ ਇੱਕੋ ਹੀ ਅਰਥ ਹੈ ਨਾ। ਤੋ ਆਓ ਆਪਾਂ ਅੱਗੇ ਕੀ ਦੇਖਦੇ ਹਾਂ। ਸੋ ਇੱਕ ਹੀ ਵਾਕ ਲੈਂਦੇ ਹਾਂ ਆਪਾਂ, ਕੋਸ਼ਿਸ਼ ਕਰਦੇ ਹਾਂ ਕਿ ਉਹਦੇ ਵੱਖਰੇ ਵੱਖਰੇ ਵਾਕਾਂ ਦੇ ਵਿੱਚ ਉਹਨੂੰ ਅਸੀਂ ਬਿਨਾਂ ਅਰਥ ਬਦਲਿਆਂ ਵਾਕ ਵਟਾਂਦਰਾ ਕਰਨ ਦਾ ਯਤਨ ਕਰਦੇ ਹਾਂ ਤਾਂ ਕਿ ਤੁਹਾਨੂੰ ਇਹ ਗੱਲ ਸਮਝ ਲੱਗ ਜੇ। ਪਰ ਇੱਕ ਗੱਲ ਮੈਂ ਵਿਦਿਆਰਥੀ ਨੂੰ ਇੱਥੇ ਕਲੀਅਰ ਕਰ ਦੇਣੀ ਚਾਹੁੰਦਾ, ਸਾਫ਼ ਕਰ ਦੇਣੀ ਚਾਹੁੰਦਾ, ਉਹ ਇਹ ਆ ਕਿ ਜ਼ਰੂਰੀ ਨਹੀਂ ਕਿ ਹਰੇਕ ਵਾਕ ਨੂੰ ਸਾਰੇ ਵਾਕਾਂ ਦੇ ਵਿੱਚ ਤਬਦੀਲ ਕੀਤਾ ਜਾ ਸਕੇ। ਇਹ ਇੱਕ ਐਕਸਪੈਰੀਮੈਂਟਲ ਪ੍ਰਯੋਗ ਆ, ਕੁਝ ਕੁ ਵਾਕਾਂ 'ਤੇ ਕੀਤਾ ਜਾ ਸਕਦਾ। ਉਹ ਅਸੀਂ ਪ੍ਰਯੋਗ ਕਰਕੇ ਉਹਨੂੰ ਕਰਨ ਦੀ ਕੋਸ਼ਿਸ਼ ਕੀਤੀ ਆ ਔਰ ਉਸ ਤੋਂ ਬਾਅਦ ਅਸੀਂ ਕੁਝ ਹੋਰ ਉਦਾਹਰਨਾਂ ਵੀ ਕਰਾਂਗੇ ਤਾਂ ਸਾਡੀ ਪਾਠ ਪੁਸਤਕ ਦੇ ਵਿੱਚੋਂ ਹੈ ਨਾ। ਤਾਂ ਫਿਲਹਾਲ ਅਸੀਂ ਇਹਨੂੰ ਕਰਦੇ ਹਾਂ। ਸਾਡੇ ਕੋਲ ਵਾਕ ਦੀਆਂ ਜਿਹੜੀਆਂ ਕਿਸਮਾਂ ਸੀ ਉਹਨਾਂ ਦੇ ਆਧਾਰ 'ਤੇ ਅਸੀਂ ਇੱਕੋ ਹੀ ਵਾਕ ਨੂੰ ਵੱਖ ਵੱਖ ਰੂਪਾਂ ਦੇ ਵਿੱਚ ਬਦਲਣ ਦੀ ਕੋਸ਼ਿਸ਼ ਕਰਾਂਗੇ। ਜਿਵੇਂ ਅਸੀਂ ਪਹਿਲਾਂ ਗੱਲ ਕਰ ਚੁੱਕੇ ਹਾਂ ਕਿ ਅਸੀਂ ਵਾਕ ਨੂੰ ਦੋ ਆਧਾਰਾਂ 'ਤੇ ਵੰਡਿਆ ਸੀ, ਬਣਤਰ ਦੇ ਆਧਾਰ 'ਤੇ ਔਰ ਦੂਸਰਾ ਸੀ ਕਾਰਜ ਦੇ ਆਧਾਰ 'ਤੇ। ਤੋ ਪਿਆਰੇ ਬੱਚੋ, ਸਭ ਤੋਂ ਪਹਿਲਾਂ ਅਸੀਂ ਬਣਤਰ ਦੇ ਆਧਾਰ 'ਤੇ ਇੱਕੋ ਹੀ ਵਾਕ ਦੀਆਂ ਕਿਸਮਾਂ ਬਣਾਉਣ ਦੀ ਕੋਸ਼ਿਸ਼ ਕਰਾਂਗੇ। ਤੋ ਬਣਤਰ ਦੇ ਆਧਾਰ 'ਤੇ ਸਭ ਤੋਂ ਪਹਿਲਾ ਵਾਕ ਹੁੰਦਾ ਸਧਾਰਨ ਵਾਕ। ਅਤੇ ਸਧਾਰਨ ਵਾਕ ਸਾਡੇ ਕੋਲ ਕੀ ਆ, ਉਸ ਦੀ ਸਿਆਣਪ ਨੂੰ ਸਭ ਜਾਣਦੇ ਹਨ। ਇਹ ਸਧਾਰਨ ਵਾਕ ਆ। ਸਧਾਰਨ ਵਾਕ ਕਿਵੇਂ, ਦੇਖੋ ਇਹਦੇ ਵਿੱਚ ਇੱਕ ਹੀ ਕਿਰਿਆ, ਇੱਕ ਹੀ ਉਦੇਸ਼ ਆ, ਇੱਕ ਹੀ ਵਿਧੇਯ ਆ, ਇਹਨੂੰ ਹੋਰ ਛੋਟਾ ਵੀ ਨਹੀਂ ਕੀਤਾ ਜਾ ਸਕਦਾ, ਇਸ ਕਰਕੇ ਇਹ ਸਧਾਰਨ ਵਾਕ ਆ। ਇਹ ਸਧਾਰਨ ਵਾਕ ਹੋ ਗਿਆ ਸਾਡਾ। ਹੁਣ ਮੰਨ ਲਓ ਇਸ ਸਧਾਰਨ ਵਾਕ ਨੂੰ ਅਸੀਂ ਸੰਯੁਕਤ ਵਾਕ ਦੇ ਵਿੱਚ ਤਬਦੀਲ ਕਰਨਾ, ਤਾਂ ਅਸੀਂ ਕਿਵੇਂ ਕਰਾਂਗੇ। ਦੂਸਰੀ ਕਿਸਮ, ਇਸੇ ਹੀ ਵਾਕ ਨੂੰ ਅਸੀਂ ਸੰਯੁਕਤ ਵਾਕ 'ਚ ਕਿਵੇਂ ਤਬਦੀਲ ਕਰਾਂਗੇ। ਦੇਖੋ, ਉਹ ਸਿਆਣਾ ਹੈ, ਉਹ ਸਿਆਣਾ ਹੈ ਅਤੇ ਇਹ ਗੱਲ ਸਭ ਜਾਣਦੇ ਹਨ। ਆਹ ਦੋ ਸਧਾਰਨ ਵਾਕ ਬਣ ਗਏ। ਆਹ ਵਿਚਾਲੇ ਯੋਜਕ ਦੀ ਸਹਾਇਤਾ ਨਾਲ ਅਸੀਂ ਜੋੜਤੇ। ਉਹ ਸਿਆਣਾ ਹੈ, ਇਹ ਵੀ ਇੱਕ ਸੰਪੂਰਨ ਵਾਕ ਆ। ਇਹ ਗੱਲ ਸਭ ਜਾਣਦੇ ਹਨ, ਇਹ ਵੀ ਇੱਕ ਵੱਖਰਾ ਵਾਕ ਆ। ਅਤੇ ਵਿੱਚ ਲੱਗਿਆ ਹੋਇਆ, ਅਤੇ ਨੂੰ ਹਟਾ ਕੇ ਅਸੀਂ ਡੰਡੀ ਲਾ ਕੇ ਦੋ ਵੱਖਰੇ ਵੱਖਰੇ ਵਾਕ ਲਿਖ ਸਕਦੇ ਹਾਂ। ਇਸ ਤਰ੍ਹਾਂ ਇਹ ਸੰਯੁਕਤ ਵਾਕ ਬਣ ਗਿਆ। ਹੁਣ ਬੱਚਿਓ, ਅਸੀਂ ਇਸੇ ਹੀ ਵਾਕ ਨੂੰ ਮਿਸ਼ਰਤ ਵਾਕ ਵਿੱਚ ਵੀ ਬਦਲ ਸਕਦੇ ਹਾਂ। ਇਸੇ ਸਧਾਰਨ ਵਾਕ ਨੂੰ ਜਾਂ ਇਸੇ ਸੰਯੁਕਤ ਵਾਕ ਨੂੰ ਅਸੀਂ ਮਿਸ਼ਰਤ ਵਾਕ ਵਿੱਚ ਵੀ ਬਦਲ ਸਕਦੇ ਹਾਂ। ਉਹ ਕਿਵੇਂ ਬਦਲ ਸਕਦੇ ਹਾਂ, ਅਜਿਹਾ ਕੋਈ ਨਹੀਂ ਜੋ ਉਸ ਦੀ ਸਿਆਣਪ ਨੂੰ ਨਾ ਜਾਣਦਾ ਹੋਵੇ। ਦੋ ਵਾਕ ਜੁੜ ਕੇ, ਅਜਿਹਾ ਕੋਈ ਨਹੀਂ ਜੋ ਉਸ ਦੀ ਸਿਆਣਪ ਨੂੰ ਨਾ ਜਾਣਦਾ ਹੋਵੇ। ਆਹ ਦੇਖੋ, ਆਹ ਯੋਜਕ ਲੱਗ ਕੇ ਇੱਕ ਸੁਤੰਤਰ ਵਾਕ ਹੋ ਗਿਆ, ਇੱਕ ਉਹਦੇ ਅਧੀਨ ਹੋ ਗਿਆ, ਅਤੇ ਦੋਨੋਂ ਸੰਪੂਰਨ ਹੋ ਕੇ ਇੱਕ ਮਿਸ਼ਰਤ ਵਾਕ ਬਣ ਗਿਆ। ਇਹ ਮਿਸ਼ਰਤ ਵਾਕ ਬਣ ਗਿਆ। ਤਾਂ ਇੱਦਾਂ ਦੇਖੋ, ਸਧਾਰਨ ਵਾਕ, ਫਿਰ ਸੰਯੁਕਤ ਵਾਕ, ਫਿਰ ਮਿਸ਼ਰਤ ਵਾਕ, ਇੱਕੋ ਹੀ ਵਾਕ ਦੇ ਤਿੰਨੇ ਵਾਕਾਂ ਦੇ ਵਿੱਚ ਅਸੀਂ ਤਬਦੀਲੀ ਕਰ ਦਿੱਤੀ। ਤਾਂ ਦੇਖੋ, ਇਹ ਸਾਨੂੰ ਕਿਸੇ ਵੀ ਤਰ੍ਹਾਂ ਪ੍ਰਸ਼ਨ ਪੱਤਰ ਦੇ ਵਿੱਚ ਆ ਸਕਦਾ। ਮੰਨ ਲਓ ਸਾਨੂੰ ਆਹ ਮਿਸ਼ਰਤ ਵਾਕ ਦਿੱਤਾ ਹੋਇਆ, ਉਹ ਸਾਨੂੰ ਕਹਿ ਸਕਦੇ ਤੁਸੀਂ ਇਹਨੂੰ ਸਧਾਰਨ ਬਣਾਓ, ਅਸੀਂ ਇਉਂ ਬਣਾ ਦੇਣਾ। ਮੰਨ ਲਓ ਸਾਨੂੰ ਸੰਯੁਕਤ ਵਾਕ ਦਿੱਤਾ ਹੋਇਆ, ਉਹ ਕਹਿੰਦੇ ਮਿਸ਼ਰਤ ਵਾਕ ਬਣਾਓ, ਅਸੀਂ ਇਉਂ ਬਣਾ ਦੇਣਾ। ਜੇ ਉਹ ਕਹਿੰਦੇ ਆ ਕਿ ਸੰਯੁਕਤ ਵਾਕ ਨੂੰ ਸਧਾਰਨ ਵਾਕ ਬਣਾਓ, ਅਸੀਂ ਇਉਂ ਬਣਾ ਦੇਣਾ। ਸਧਾਰਨ ਵਾਕ ਨੂੰ ਮਿਸ਼ਰਤ ਵਾਕ ਬਣਾਓ, ਅਸੀਂ ਇਉਂ ਬਣਾ ਦੇਣਾ। ਇਉਂ ਇਹ ਕਿਸੇ ਵੀ ਢੰਗ ਨਾਲ ਇੱਕ ਦੂਜੇ ਦੇ ਵਿੱਚ ਅਸੀਂ ਤਬਦੀਲ ਇਹਨਾਂ ਨੂੰ ਕਰ ਸਕਦੇ ਹਾਂ। ਦੂਸਰੀ ਕਿਸਮ ਸੀ ਸਾਡੀ ਕਾਰਜ ਦੇ ਆਧਾਰ 'ਤੇ। ਦੇਖੋ, ਕਾਰਜ ਦੇ ਆਧਾਰ 'ਤੇ
ਅਸੀਂ 5 ਤਰ੍ਹਾਂ ਦੇ ਵਾਕ ਪੜ੍ਹੇ ਸੀ। ਉਹਨਾਂ ਨੂੰ ਵੀ ਅਸੀਂ ਸਭ ਤੋਂ ਪਹਿਲਾਂ ਜਿਹੜਾ ਬਿਆਨੀਆ ਵਾਕ ਸੀ ਉਹਦੇ 2 ਰੂਪ ਸੀ, ਹਾਂ ਵਾਚਕ ਤੇ ਨਾ ਵਾਚਕ। ਅਸੀਂ ਉਹਨਾਂ ਤੋਂ ਹੀ ਗੱਲ ਸ਼ੁਰੂ ਕਰਦੇ ਹਾਂ। ਪਹਿਲਾ ਹੈਗਾ ਸਾਡੇ ਕੋਲੇ ਹਾਂ ਵਾਚਕ। ਹੁਣ ਇਹ ਵਾਕ ਆ ਜਿਹੜਾ ਅਸੀਂ ਪਹਿਲਾਂ ਪੜ੍ਹ ਕੇ ਹਟੇ ਹਾਂ, ਇਹ ਹਾਂ ਵਾਚਕ ਵਾਕ ਆ, ਕਿਉਂਕਿ ਇਹਦੇ ਵਿੱਚ ਕਿਰਿਆ ਹਾਂ ਵਾਚਕ ਹੈ ਨਾ। ਅਤੇ ਮੰਨ ਲਓ ਸਾਨੂੰ ਪੇਪਰ ਦੇ ਵਿੱਚ ਆ ਜਾਂਦਾ ਕਿ ਇਸ ਵਾਕ ਨੂੰ ਨਾ ਵਾਚਕ ਦੇ ਵਿੱਚ ਤਬਦੀਲ ਕਰੋ, ਨਾ ਵਾਚਕ ਦੇ ਵਿੱਚ ਬਦਲਣਾ, ਤਾਂ ਅਸੀਂ ਕਿਵੇਂ ਬਦਲਾਂਗੇ? ਤਾਂ ਦੇਖੋ, ਇਹਨੂੰ ਅਸੀਂ ਨਾ ਵਾਚਕ ਇਉਂ ਬਦਲ ਸਕਦੇ ਹਾਂ। ਉਸ ਦੀ ਸਿਆਣਪ ਨੂੰ ਨਾ ਜਾਣਨ ਵਾਲਾ ਕੋਈ ਨਹੀਂ ਆ ਗਿਆ ਤਾਂ ਕਿਰਿਆ ਨਾ ਵਾਚਕ ਹੋ ਗਈ, ਪਰ ਇਹ ਦੋਨਾਂ ਵਾਕਾਂ ਦਾ ਅਰਥ ਆ ਜਿਹੜਾ ਉਹ ਇੱਕੋ ਆ। ਸਿਆਣਪ ਨੂੰ ਸਭ ਜਾਣਦੇ ਆ ਅਤੇ ਸਿਆਣਪ ਨੂੰ ਨਾ ਜਾਣਨ ਵਾਲਾ ਕੋਈ ਨਹੀਂ ਗਾ, ਇੱਕੋ ਹੀ ਅਰਥ ਆ। ਮੈਂ ਇੱਥੇ ਉਹ ਗੱਲ ਫੇਰ ਦੁਹਰਾ ਦਿੰਦਾ ਪਿਆਰੇ ਵਿਦਿਆਰਥੀਓ, ਕਿ ਅਕਸਰ ਸਾਡੇ ਵਿਦਿਆਰਥੀ ਇਹ ਗਲਤੀ ਕਰਦੇ ਆ ਕਿ ਉਹ ਹਾਂ ਵਾਚਕ ਕਿਰਿਆ ਨੂੰ ਨਾ ਵਾਚਕ ਕਰਨ ਲੱਗਿਆਂ ਵਾਕ ਦੇ ਅਰਥ ਬਦਲ ਦਿੰਦੇ। ਜਿਵੇਂ ਮੰਨ ਲਓ ਮੈਂ ਇਹਨੂੰ ਇਉਂ ਵੀ ਬਣਾ ਸਕਦਾ ਸੀ, ਸਾਡੇ ਵਿਦਿਆਰਥੀ ਬਣਾ ਦਿੰਦੇ ਅਕਸਰ, ਕਿ ਉਸ ਦੀ ਸਿਆਣਪ ਨੂੰ ਸਭ ਨਹੀਂ ਜਾਣਦੇ ਹਨ। ਜੇ ਸਭ ਨਹੀਂ ਜਾਣਦੇ ਹਨ ਹੋ ਗਿਆ ਤਾਂ ਇਹਦਾ ਤਾਂ ਅਰਥ ਬਦਲ ਗਿਆ। ਅਸੀਂ ਅਰਥ ਨਹੀਂ ਬਦਲਣ ਦੇਣਾ, ਅਸੀਂ ਇਹਨੂੰ ਨੈਗੇਟਿਵ ਕਰਨਾ, ਇਹਦੀ ਸਿਰਫ ਕਿਰਿਆ ਨੂੰ ਨੈਗੇਟਿਵ ਕਰਨਾ। ਸਮਝ ਲੱਗ ਗਈ? ਓਕੇ ਜੀ। ਤੋਂ ਅੱਗੇ ਚੱਲਦੇ ਹਾਂ। ਅਸੀਂ ਇਸੇ ਹੀ ਵਾਕ ਨੂੰ ਅਸੀਂ ਪ੍ਰਸ਼ਨਵਾਚਕ ਵਾਕ ਵੀ ਬਣਾ ਸਕਦੇ ਹਾਂ। ਪ੍ਰਸ਼ਨਵਾਚਕ ਵਾਕ ਅਸੀਂ ਕਿਵੇਂ ਬਣਾਵਾਂਗੇ? ਦੇਖੋ, ਉਸ ਦੀ ਸਿਆਣਪ ਤੋਂ ਕੌਣ ਅਣਜਾਣ ਹੈ। ਦੇਖੋ, ਇਹਦੇ 'ਚ ਕੌਣ ਅਣਜਾਣ ਹੈ ਕੁਐਸਚਨ ਮਾਰਕ ਲੱਗ ਗਿਆ ਅਤੇ ਇਹ ਪ੍ਰਸ਼ਨਵਾਚਕ ਵਾਕ ਵੀ ਬਣ ਗਿਆ, ਹੈ ਨਾ। ਇਸੇ ਤਰ੍ਹਾਂ ਹੀ ਅਸੀਂ ਬਾਕੀ ਦੇ ਵਾਕ ਵੀ ਬਣਾ ਸਕਦੇ ਹਾਂ। ਕਾਰਜ ਦੇ ਆਧਾਰ 'ਤੇ ਜਿਹੜੀਆਂ ਸਾਡੇ ਕੋਲ ਵਿਸਮੈਵਾਚਕ ਵਾਕ ਆ, ਅਸੀਂ ਵਿਸਮੈਵਾਚਕ ਵੀ ਬਣਾ ਸਕਦੇ ਹਾਂ। ਇਹਨੂੰ ਵਿਸਮੈਵਾਚਕ ਕਿਵੇਂ ਬਣਾਵਾਂਗੇ? ਦੇਖੋ, ਵਾਹ ਉਸ ਦੀ ਸਿਆਣਪ ਨੂੰ ਸਭ ਜਾਣਦੇ ਹਨ। ਉਸ ਦੀ ਸਿਆਣਪ ਨੂੰ ਸਭ ਜਾਣਦੇ ਹਨ ਸਧਾਰਨ ਵਾਕ ਆ, ਉਹਨੂੰ ਅਸੀਂ ਹੈਰਾਨੀਜਨਕ ਵਾਕ ਬਣਾਉਣਾ। ਹੈਰਾਨੀਜਨਕ ਵਾਕ ਅਸੀਂ ਕਿਵੇਂ ਬਣਾਤਾ ਕਿ ਵਾਹ ਉਹਦੀ ਸਿਆਣਪ ਨੂੰ ਸਭ ਜਾਣਦੇ ਹਨ, ਹੈ ਨਾ। ਹੈਰਾਨੀ ਹੋ ਰਹੀ ਹੈ ਇਸ ਗੱਲ ਦੀ, ਇਹ ਵਿਸਮੈਵਾਚਕ ਬਣ ਗਿਆ। ਇਸੇ ਤਰ੍ਹਾਂ ਹੀ ਇਸੇ ਵਾਕ ਦਾ ਅਸੀਂ ਆਗਿਆਵਾਚਕ ਵਾਕ ਵੀ ਬਣਾ ਸਕਦੇ ਹਾਂ। ਆਗਿਆਵਾਚਕ ਕਿਹੜਾ ਵਾਕ ਹੁੰਦਾ ਬੱਚੋ? ਜਿਵੇਂ ਅਸੀਂ ਪਹਿਲਾਂ ਗੱਲ ਕਰਕੇ ਹਟੇ ਕਿ ਜਿਹਦੇ 'ਚ ਕੋਈ ਆਗਿਆ ਦਿੱਤੀ ਜਾਵੇ, ਜਿਹਦੇ 'ਚ ਕੋਈ ਹੁਕਮ ਦਿੱਤਾ ਜਾਵੇ, ਅਤੇ ਅਸੀਂ ਹੁਕਮ ਕੀ ਦਿੱਤਾ? ਉਸ ਦੀ ਸਿਆਣਪ ਨੂੰ ਨਾ ਜਾਣਨ ਵਾਲਾ ਦੱਸੋ ਵੀ, ਕਿਉਂਕਿ ਸਾਰੇ ਜਾਣਦੇ ਆ। ਉਸ ਦੀ ਸਿਆਣਪ ਨੂੰ ਨਾ ਜਾਣਨ ਵਾਲਾ ਦੱਸੋ, ਇਹ ਆਗਿਆਵਾਚਕ ਵਾਕ ਬਣ ਗਿਆ। ਇਸੇ ਤਰ੍ਹਾਂ ਹੀ ਸਾਡੇ ਕੋਲ ਇਹਦਾ ਆਖਰੀ ਵਾਕ ਆ ਇੱਛਾਵਾਚਕ। ਤਾਂ ਇੱਛਾਵਾਚਕ ਵਾਕ ਕਿਵੇਂ ਬਣਾਇਆ ਜਾ ਸਕਦਾ? ਇਹਦਾ ਕਿ ਤੁਹਾਡੀ ਸਿਆਣਪ ਨੂੰ ਸਭ ਜਾਣਨ, ਹੈ ਨਾ। ਇਹ ਆਉਣ ਵਾਲੇ ਭਵਿੱਖ ਦੀ ਸ਼ੁਭ ਕਾਮਨਾ ਹੋਗੀ, ਹੈ ਨਾ, ਚੰਗੇ ਭਵਿੱਖ ਦੀ ਕਾਮਨਾ ਹੋਗੀ, ਇਹ ਇੱਛਾਵਾਚਕ ਹੋ ਗਿਆ। ਤੋ ਅਸੀਂ ਦੇਖਿਆ ਬੱਚਿਓ ਕਿ ਅਸੀਂ ਕੋਸ਼ਿਸ਼ ਕੀਤੀ ਕਿ ਇਸ ਇੱਕੋ ਹੀ ਵਾਕ ਨੂੰ ਸਾਰੇ ਵਾਕਾਂ 'ਚ ਤਬਦੀਲ ਕੀਤਾ। ਤਾਂ ਅੱਗੇ ਅਸੀਂ ਇੱਕ ਚਾਰਟ ਬਣਾ ਲਿਆ। ਦੇਖੋ, ਇਸ ਚਾਰਟ ਦੇ ਵਿੱਚ ਅਸੀਂ ਕੋਸ਼ਿਸ਼ ਕੀਤੀ ਕਿ ਜਿਹੜੇ ਵਾਕ ਹੁਣ ਤੱਕ ਅਸੀਂ ਬਣਾਏ ਆ ਉਹ ਸਾਰੇ ਇੱਕ ਚਾਰਟ 'ਚ ਸਮੇਟ ਤੇ। ਦੇਖੋ, ਪਹਿਲੀ ਤਰ੍ਹਾਂ ਦੇ ਵਾਕ ਹੈਗੇ ਬਣਤਰ ਦੇ ਆਧਾਰ 'ਤੇ, ਦੂਜੀ ਤਰ੍ਹਾਂ ਦੇ ਹੈਗੇ ਕਾਰਜ ਦੇ ਆਧਾਰ 'ਤੇ। ਸਧਾਰਨ, ਸੰਯੁਕਤ, ਮਿਸ਼ਰਤ, ਇਹ ਬਣਤਰ ਦੇ ਆਧਾਰ 'ਤੇ ਆ। ਹਾਂ ਵਾਚਕ, ਨਾ ਵਾਚਕ, ਪ੍ਰਸ਼ਨਵਾਚਕ, ਵਿਸਮੈਵਾਚਕ, ਆਗਿਆਵਾਚਕ, ਇੱਛਾਵਾਚਕ, ਇਹ ਸਾਰੇ ਕਾਰਜ ਦੇ ਆਧਾਰ 'ਤੇ ਆ। ਤਾਂ ਇੱਕੋ ਹੀ ਵਾਕ ਆ। ਦੇਖੋ, ਸਧਾਰਨ ਤੋਂ ਸ਼ੁਰੂ ਕੀਤਾ ਅਸੀਂ, ਉਸ ਦੀ ਸਿਆਣਪ ਨੂੰ ਸਭ ਜਾਣਦੇ ਹਨ। ਸੰਯੁਕਤ ਕਿਵੇਂ ਬਣਾਇਆ? ਉਹ ਸਿਆਣਾ ਹੈ ਅਤੇ ਇਹ ਗੱਲ ਸਭ ਜਾਣਦੇ ਹਨ। ਫਿਰ ਇਹਨੂੰ ਮਿਸ਼ਰਤ ਵਾਕ ਕਿਵੇਂ ਬਣਾਇਆ? ਅਜਿਹਾ ਕੋਈ ਨਹੀਂ ਜੋ ਉਸ ਦੀ ਸਿਆਣਪ ਨੂੰ ਨਾ ਜਾਣਦਾ ਹੋਵੇ। ਹਾਂ ਵਾਚਕ ਕੀ ਆ? ਉਸ ਦੀ ਸਿਆਣਪ ਨੂੰ ਸਭ ਜਾਣਦੇ ਆ। ਨਾ ਵਾਚਕ ਕੀ ਬਣਿਆ? ਉਸ ਦੀ ਸਿਆਣਪ ਨੂੰ ਨਾ ਜਾਣਨ ਵਾਲਾ ਕੋਈ ਨਹੀਂ। ਪ੍ਰਸ਼ਨਵਾਚਕ ਕੀ? ਉਸ ਦੀ ਸਿਆਣਪ ਤੋਂ ਕੌਣ ਅਣਜਾਣ ਹੈ। ਵਿਸਮੈਵਾਚਕ ਕੀ ਆ? ਵਾਹ ਉਸ ਦੀ ਸਿਆਣਪ ਨੂੰ ਸਭ ਜਾਣਦੇ ਆ। ਆਗਿਆਵਾਚਕ ਕੀ ਆ? ਉਸ ਦੀ ਸਿਆਣਪ ਨੂੰ ਨਾ ਜਾਣਨ ਵਾਲਾ ਦੱਸੋ। ਇਸੇ ਤਰ੍ਹਾਂ ਇੱਛਾਵਾਚਕ ਤੁਹਾਡੀ ਸਿਆਣਪ ਨੂੰ ਸਭ ਜਾਣਨ। ਤਾਂ ਦੇਖੋ ਹੁਣ ਬੱਚੇ, ਉਹ ਸਾਰੀ ਤਰ੍ਹਾਂ ਦੇ ਵਾਕ ਆ ਜਿਹੜੇ ਉਹ ਬਣ ਗਏ। ਇਹਨਾਂ 'ਚੋਂ ਇੱਕ ਦੂਜੇ ਦੇ ਵਿੱਚ ਤਬਦੀਲ ਕਰਨ ਲਈ ਸਾਨੂੰ ਕਿਸੇ ਵੀ ਤਰ੍ਹਾਂ ਦਾ ਪ੍ਰਸ਼ਨ ਆ ਸਕਦਾ। ਕਿਸੇ ਵੀ ਵਾਕ ਤੋਂ, ਕਿਸੇ ਇੱਕ ਵਾਕ ਤੋਂ ਕੋਈ ਦੂਜਾ ਵਾਕ ਤਬਦੀਲ ਕਰਨ ਦਾ, ਵਾਕ ਵਟਾਂਦਰਾ ਕਰਨ ਦਾ ਸਾਨੂੰ ਪ੍ਰਸ਼ਨ ਆ ਸਕਦਾ। ਇਸ ਗੱਲ ਦਾ ਅਸੀਂ ਚਾਰਟ ਬਣਾ ਕੇ ਆਪਣੀ ਕਲਾਸਰੂਮ ਦੇ ਵਿੱਚ ਵੀ ਲਾ ਸਕਦੇ ਹਾਂ। ਜਿਵੇਂ ਪਹਿਲਾਂ ਅਸੀਂ ਵਾਕਾਂ ਵਾਲੇ ਚਾਰਟਾਂ ਬਾਰੇ ਵੀ ਪਿਛਲੇ ਲੈਕਚਰ 'ਚ ਗੱਲ ਕੀਤੀ ਸੀ, ਉਹ ਵੀ ਤੁਸੀਂ ਆਪਣੀ ਕਲਾਸਰੂਮ ਦੇ ਵਿੱਚ ਲਗਾ ਸਕਦੇ ਹੋ ਅਤੇ ਆਸਾਨੀ ਨਾਲ ਸਾਰੀਆਂ ਗੱਲਾਂ ਨੂੰ ਸਮਝ ਸਕਦੇ ਹੋ।
ਤੋ ਕੁਝ ਉਦਾਹਰਨਾਂ ਅਸੀਂ ਬੱਚਿਓ ਹੋਰ ਲੈਂਦੇ ਹਾਂ। ਦੇਖੋ ਇੱਕ ਪਹਿਲੀ ਉਦਾਹਰਣ ਆ, ਜਿਵੇਂ ਸਾਡੇ ਕੋਲ ਮੈਂ ਕੁਝ ਕੁ ਉਦਾਹਰਨਾਂ ਨਾ ਸਾਡੇ ਕਿਤਾਬ ਦੇ ਵਿੱਚੋਂ ਲਈਆਂ ਨੇ। ਪਹਿਲਾਂ ਤਾਂ ਪਛਾਣ ਕਰਨੀ ਅਸੀਂ ਕਿ ਇਹ ਵਾਕ ਹੈ ਕਿਹੜਾ। ਉਸ ਤੋਂ ਬਾਅਦ ਅਸੀਂ ਉਹਨੂੰ ਆ ਬ੍ਰੈਕਟ ਵਿੱਚ ਦਿੱਤੇ ਹੋਏ ਵਾਕ ਦੇ ਅਨੁਸਾਰ ਬਦਲਣਾ। ਤਾਂ ਪਹਿਲਾਂ ਕੀ ਹੈ ਕਿ ਮਿਹਨਤੀ ਆਦਮੀ ਹਮੇਸ਼ਾ ਸਫਲਤਾ ਪ੍ਰਾਪਤ ਕਰਦਾ ਹੈ। ਇਹ ਕਿਹੜਾ ਵਾਕ ਆ ਬੱਚਿਓ? ਸਧਾਰਨ ਵਾਕ ਹੈ ਇਹ। ਸਧਾਰਨ ਵਾਕ, ਸਧਾਰਨ ਵਾਕ ਹੈ ਇਹ। ਅਤੇ ਇਹ ਦੇਖੋ, ਕਿਉਂਕਿ ਇਹਦੇ 'ਚ ਮਿਹਨਤੀ ਆਦਮੀ ਦੀ ਗੱਲ ਹੋ ਰਹੀ ਆ, ਹਮੇਸ਼ਾ ਸਫਲਤਾ ਪ੍ਰਾਪਤ ਕਰਦਾ ਹੈ, ਇਹ ਉਹਦੇ ਬਾਰੇ ਗੱਲ ਹੋ ਰਹੀ ਆ। ਇੱਕੋ ਹੀ ਕਿਰਿਆ, ਇੱਕ ਹੀ ਉਦੇਸ਼ ਆ, ਇੱਕ ਹੀ ਵਿਧੇਯ ਆ, ਇਸ ਕਰਕੇ ਇਹ ਸਧਾਰਨ ਵਾਕ ਆ। ਇਹਨੂੰ ਅਸੀਂ ਬਦਲਣਾ ਹੈਗਾ ਮਿਸ਼ਰਤ ਵਾਕ ਦੇ ਵਿੱਚ। ਅਤੇ ਮਿਸ਼ਰਤ ਵਾਕ ਦੇ ਵਿੱਚ ਕਿਵੇਂ ਬਦਲਿਆ ਜਾਊਗਾ? ਦੇਖੋ ਅਸੀਂ ਥੱਲੇ ਬਦਲਿਆ ਹੋਇਆ ਕਿ ਜਿਹੜਾ ਆਦਮੀ ਮਿਹਨਤ ਕਰਦਾ ਹੈ ਉਹ ਹਮੇਸ਼ਾ ਸਫਲਤਾ ਪ੍ਰਾਪਤ ਕਰਦਾ ਹੈ। ਦੋ ਵਾਕ ਬਣ ਗਏ। ਜਿਹੜਾ ਆਦਮੀ ਮਿਹਨਤ ਕਰਦਾ ਹੈ ਉਹ ਹਮੇਸ਼ਾ ਸਫਲਤਾ ਪ੍ਰਾਪਤ ਕਰਦਾ ਹੈ। ਜਦੋਂ ਜਿਹੜਾ ਸ਼ਬਦ ਮੂਹਰੇ ਲੱਗ ਗਿਆ ਤਾਂ ਦੋ ਵਾਕ ਬਣ ਗਏ। ਜਿਹੜਾ ਆਦਮੀ ਮਿਹਨਤ ਕਰਦਾ ਹੈ ਉਹ ਹਮੇਸ਼ਾ ਸਫਲਤਾ ਪ੍ਰਾਪਤ ਕਰਦਾ ਹੈ। ਇਹ ਮਿਸ਼ਰਤ ਵਾਕ ਬਣ ਗਿਆ। ਇਸੇ ਤਰ੍ਹਾਂ ਦੂਸਰਾ ਵਾਕ ਆ ਸਾਡੇ ਕੋਲ ਕਿ ਭਲੇ ਲੋਕ ਸਭ ਦਾ ਭਲਾ ਸੋਚਦੇ ਹਨ। ਦੇਖੋ ਇਹ ਵਾਕ ਹਾਂ ਵਾਚਕ ਆ। ਭਲੇ ਲੋਕ ਸਭ ਦਾ ਭਲਾ ਸੋਚਦੇ ਹਨ, ਇਹ ਹਾਂ ਵਾਚਕ ਆ। ਇਹਨੂੰ ਅਸੀਂ ਨਾ ਵਾਚਕ ਦੇ ਵਿੱਚ ਬਦਲਣਾ। ਕਿਵੇਂ ਬਦਲਿਆ ਜਾਊਗਾ? ਭਲੇ ਲੋਕ ਕਿਸੇ ਦਾ ਬੁਰਾ ਨਹੀਂ ਸੋਚਦੇ। ਦੇਖੋ ਇਹਦਾ ਅਤੇ ਇਹਦਾ ਮਤਲਬ ਇੱਕੋ ਆ, ਇਹ ਗੱਲ ਧਿਆਨ ਰੱਖਣੀ ਹੈ। ਭਲੇ ਲੋਕ ਸਭ ਦਾ ਭਲਾ ਸੋਚਦੇ ਹਨ, ਭਲੇ ਲੋਕ ਕਿਸੇ ਦਾ ਬੁਰਾ ਨਹੀਂ ਸੋਚਦੇ। ਨਹੀਂ ਸੋਚਦੇ, ਅਸੀਂ ਇਹਨੂੰ ਇਉਂ ਨਹੀਂ ਬਣਾ ਸਕਦੇ ਕਿ ਭਲੇ ਲੋਕ ਸਭ ਦਾ ਭਲਾ ਨਹੀਂ ਸੋਚਦੇ, ਇਉਂ ਨਹੀਂ, ਇਹ ਗਲਤ ਹੋ ਜੂਗਾ। ਭਲੇ ਲੋਕ ਕਿਸੇ ਦਾ ਬੁਰਾ ਨਹੀਂ ਸੋਚਦੇ, ਇਹ ਨਾ ਵਾਚਕ ਵਾਕ ਬਣ ਗਿਆ। ਇਸੇ ਤਰ੍ਹਾਂ ਹੀ ਸਾਡੇ ਕੋਲ ਇੱਕ ਹੋਰ ਵਾਕ ਆ ਕਿ ਉਹ ਨਸ਼ਿਆਂ ਵਿੱਚ ਪੈ ਕੇ ਕੰਗਾਲ ਹੋ ਗਿਆ। ਇਹ ਹੈਗਾ ਸਾਡਾ ਸੰਯੁਕਤ ਵਾਕ। ਦੇਖੋ ਇਹਨੂੰ ਸੰਯੁਕਤ ਵਾਕ ਦੇ ਵਿੱਚ ਅਸੀਂ ਤਬਦੀਲ ਕਰਨਾ। ਵਾਕ ਕਿਹੜਾ ਹੈ ਸਾਡਾ? ਸਧਾਰਨ ਵਾਕ ਹੈ ਇਹ। ਉਹ ਨਸ਼ਿਆਂ ਵਿੱਚ ਪੈ ਕੇ ਕੰਗਾਲ ਹੋ ਗਿਆ, ਸਧਾਰਨ ਵਾਕ ਆ ਉਹ। ਇਹਦਾ ਉਦੇਸ਼ ਆ ਨਸ਼ਿਆਂ ਵਿੱਚ ਪੈ ਕੇ ਕੰਗਾਲ ਹੋ ਗਿਆ, ਵਿਧੇਯ ਆ, ਇੱਕ ਹੀ ਉਦੇਸ਼ ਆ, ਇੱਕ ਹੀ ਵਿਧੇਯ ਆ, ਇਸ ਕਰਕੇ ਇਹ ਸਧਾਰਨ ਵਾਕ ਆ। ਇਹਨੂੰ ਅਸੀਂ ਸੰਯੁਕਤ ਵਾਕ ਦੇ ਵਿੱਚ ਤਬਦੀਲ ਕਰਨਾ। ਕਿਵੇਂ ਕੀਤਾ? ਕਿ ਉਹ ਨਸ਼ਿਆਂ ਵਿੱਚ ਪੈ ਗਿਆ ਅਤੇ ਕੰਗਾਲ ਹੋ ਗਿਆ, ਅਤੇ ਲਾਤਾ ਵਿਚਾਲੇ, ਹੈ ਨਾ। ਉਹ ਨਸ਼ਿਆਂ ਵਿੱਚ ਪੈ ਗਿਆ ਅਤੇ ਕੰਗਾਲ ਹੋ ਗਿਆ, ਦੋਨੋਂ ਬਰਾਬਰ ਦੇ ਉਪਵਾਕ ਬਣ ਗਏ। ਉਹ ਨਸ਼ਿਆਂ ਵਿੱਚ ਪੈ ਗਿਆ ਡੰਡੀ, ਉਹ ਕੰਗਾਲ ਹੋ ਗਿਆ ਡੰਡੀ। ਇਹਨੂੰ ਅਸੀਂ ਅਲੱਗ ਅਲੱਗ ਵੀ ਲਿਖ ਸਕਦੇ ਹਾਂ, ਹੈ ਨਾ। ਆਹ ਵਿਚਾਲੇ ਯੋਜਕ ਲੱਗ ਗਿਆ, ਹੈ ਨਾ। ਸੋ ਇਹ ਸੰਯੁਕਤ ਵਾਕ ਬਣ ਗਿਆ, ਹੈ ਨਾ। ਸੋ ਇਉਂ ਬਾਕੀ ਦੇ ਵੀ ਸਾਡੇ ਸਿਲੇਬਸ ਦੇ ਵਿੱਚ ਬਹੁਤ ਸਾਰੇ ਜਿਹੜੇ ਵਾਕ ਆ ਉਹਨਾਂ ਨੂੰ ਅਸੀਂ ਤਬਦੀਲ ਕਰ ਸਕਦੇ ਹਾਂ। ਤੋ ਪਿਆਰੇ ਬੱਚਿਓ, ਇਹ ਜਿਹੜਾ ਸਾਡਾ ਇਹ ਪਿਆਰੇ ਵਿਦਿਆਰਥੀਓ, ਅੱਜ ਦਾ ਸਾਡਾ ਇਹ ਲੈਕਚਰ ਸੀ ਵਾਕ ਵਟਾਂਦਰਾ। ਅਤੇ ਮੈਂ ਆਸ ਕਰਦਾ ਕਿ ਤੁਸੀਂ ਇਹਨੂੰ ਬੜੇ ਧਿਆਨ ਨਾਲ ਸੁਣਿਆ ਹੋਵੇਗਾ ਔਰ ਇਹਦੇ ਤੋਂ ਤੁਸੀਂ ਪੂਰਾ ਲਾਭ ਉਠਾਓਗੇ। ਔਰ ਮੈਂ ਇਹ ਵੀ ਤੁਹਾਨੂੰ ਸਾਰੇ ਵਿਦਿਆਰਥੀਆਂ ਨੂੰ ਬੇਨਤੀ ਕਰਦਾ ਕਿ ਤੁਸੀਂ ਘਰ ਜਾ ਕੇ ਆਪਣੀਆਂ ਪਾਠ ਪੁਸਤਕਾਂ ਦੇ ਵਿੱਚੋਂ ਬਹੁਤ ਸਾਰੇ ਅਭਿਆਸੀ ਵਾਕ ਦਿੱਤੇ ਹੋਏ ਆ, ਉਹਨਾਂ ਦੀ ਵਾਰ-ਵਾਰ ਪ੍ਰੈਕਟਿਸ ਕਰੋ ਔਰ ਆਪਣੇ ਅਧਿਆਪਕਾਂ ਦੇ ਨਾਲ ਚਰਚਾ ਕਰੋ। ਅਤੇ ਤੁਸੀਂ ਇਸ ਲੈਕਚਰ ਨੂੰ ਧਿਆਨ ਨਾਲ ਸੁਣਿਆ, ਤੁਹਾਡਾ ਬਹੁਤ ਬਹੁਤ ਧੰਨਵਾਦ।